पौड़ी सच्चा तेरा हुक्म गुरमुख जानिया, गुरमति आप गवाए सच पछाणिया। सच तेरा दरबार शब्द निशानिया, सच्चा शब्द विचार सच समाणिया। मन मुख सदा कूड़ियार भरम भुलाणिया। विष्टा अंदर वास साध ना जानिया। बिन नावै दुख पाए आवड़ जानिया। नानक पारख आप जिन खोटा खरा पछाणिया। विण नामै दुख पाए आवण जानिया। नानक पारख आप जिन खोटा खरा पछाणिया। सतगुरु गरीब नवाज वालिगे कुल आलम सरवरे कैनात जुगो जुग अटल चवर छतर तखत दे मालक धन धन गुरु ग्रंथ साहिब पातशाह जी सतगुरां ने कृपा की। सवेर वेले अपनी पावन गोद विच सज बैठण दा सुभाग बख्शिया। माझ की वार जिस दी विचार असी लड़ीवार कर रहे हाँ। 13वीं पौड़ी सਹਿਤ श्लोक आपां पाठ श्रवण किया। 143-44 पुर सुभाईमान ने जो बख्शिश साहब ने अज दी इस पौड़ी विच कीती है। आओ गुरु के बचनां नाल जुड़िए। हजूर वल्लों बख्शिश कीती फतेह बुलाओ। आखो जी वाहिगुरू जी का खालसा वाहिगुरू जी की फतेह। इस पावन पौड़ी विच महाराज कृपा करदे। पौड़ी सच्चा तेरा हुक्म। हजूर कहंदे हे मालिक परमेश्वर तेरा जिहड़ा हुक्म है वो सच्चा है। ते जदों असी बाणी विच पढ़ीए ते महाराज सानू कृपा करदे आ ये समझाउंदे हुक्मै अंदर सब को बाहर हुक्म ना कोई। आखन लगे सारा कुछ उस मालिक दे हुक्म विच है। उहदे हुक्म तो बाहर कुछ नहीं। असी होर बचन पढ़ांगे। जदों असी सारी पौड़ी पढ़ते हैं हुक्मी होवन आकार हुक्म ना कहिया जाई। हुक्मी होवन जी हुक्म मिले वडियाई। हुक्मी उत्तम नीच हुक्म लिख दे दुख सुख पाइए। एक ना हुक्मी बख्शीश एक हुक्मी सदा पवाइए। हुक्मे अंदर सब को बाहर हुक्म ना कोय। नानक हुक्मे जे बुझै तां होमे कहे ना कोई। हजूर कहंदे ये जिहड़ा सारा आकार है
ਜਿਹੜੀ ਸ੍ਰਿਸ਼ਟੀ ਮਾਲਕ ਨੇ ਬਣਾਈ ਹੈ, ਇਹ ਉਹਨੇ ਆਪਣੇ ਹੁਕਮ ਵਿੱਚ ਬਣਾਈ ਹੈ। ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ। ਤੇ ਜਿਹੜੀ ਗੱਲ ਮਹਾਰਾਜ ਨੇ ਆਖੀ ਕਿ ਉਹਦੇ ਹੁਕਮ ਵਿੱਚ ਦੁੱਖ ਵੀ ਨੇ ਤੇ ਸੁੱਖ ਵੀ ਨੇ, ਦੋਵੇਂ ਚੀਜ਼ਾਂ ਨੇ। ਤੇ ਅਸੀਂ ਥੋੜ੍ਹਾ ਜਿਹਾ ਸਮਝੀਏ, ਇੱਕ ਰਾਜ ਹੈ, ਉਸ ਰਾਜ ਵਿੱਚ ਜੇ ਕੋਈ ਚੰਗੇ ਕੰਮ ਕਰਦਾ ਤਾਂ ਉਹਨੂੰ ਸਲਾਹਿਆ ਜਾਂਦਾ, ਉਹਨੂੰ ਸਨਮਾਨਿਤ ਕੀਤਾ ਜਾਂਦਾ। ਪਰ ਜੇ ਕੋਈ ਅਪਰਾਧ ਕਰਦਾ ਤੇ ਉਹਦੇ ਵਾਸਤੇ ਸਜ਼ਾਵਾਂ ਨਿਰਧਾਰਿਤ ਕੀਤੀਆਂ ਕਿ ਜੇ ਕੋਈ ਚੋਰੀ ਕਰਦਾ, ਜੇ ਕੋਈ ਹੋਰ ਅਪਰਾਧ ਕਰਦਾ। ਹੁਣ ਰਾਜ ਇੱਕ ਹੀ ਹੈ, ਉਹਦੇ ਵਿੱਚ ਸਨਮਾਨਿਆ ਵੀ ਜਾਂਦਾ ਬੰਦਾ ਤੇ ਉਹਦੇ ਅੰਦਰ ਸਜ਼ਾ ਵੀ ਦਿੱਤੀ ਜਾਂਦੀ ਹੈ। ਤੇ ਜਦੋਂ ਅਸੀਂ ਵੇਖਾਂਗੇ ਸਨਮਾਨ ਕਿਹਦਾ ਹੁੰਦਾ, ਜਿਹੜਾ ਚੰਗਾ ਕਰਮ ਕਰਦਾ। ਸਜ਼ਾ ਕਿਹਨੂੰ ਮਿਲਦੀ, ਜਿਹੜਾ ਅਪਰਾਧ ਕਰਦਾ। ਇਸੇ ਤਰ੍ਹਾਂ ਇਹ ਸਾਰਾ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਹੈ। ਪਰ ਸਾਡੀ ਜਿਹੜੀ ਕਿਰਤ ਹੈ, ਸਾਡਾ ਜਿਹੜਾ ਕਰਮ ਹੈ, ਸਾਡਾ ਜਿਹੜਾ ਸੁਭਾਅ ਹੈ, ਉਹ ਤੈਅ ਕਰਦਾ ਕਿ ਅਸੀਂ ਕਿਸ ਕਤਾਰ ਵਿੱਚ ਜਾ ਕੇ ਖਲੋਣਾ ਹੈ ਕਿ ਸਾਨੂੰ ਪਰਮੇਸ਼ਰ ਦੇ ਘਰ 'ਚੋਂ ਸਨਮਾਨ ਮਿਲੇ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਾਂ ਜਦੋਂ ਅਸੀਂ ਇਹ ਬਾਣੀ ਪੜ੍ਹਾਂਗੇ, ਮਹਾਰਾਜ ਨੇ ਕਿਰਪਾ ਕੀਤੀ, ਕਿਰਤ ਕਰਮ ਕੇ ਵਿਛੜੇ। ਅਸੀਂ ਕਿਉਂ ਵਿਛੜੇ ਹਾਂ, ਸਾਡੀ ਦੂਰੀ ਕਿਉਂ ਹੈ? ਜੇ ਮਾਲਕਾ ਸਾਰਾ ਕੁਝ ਤੇਰੇ ਭਾਣੇ ਵਿੱਚ, ਹੁਕਮ ਵਿੱਚ ਹੁੰਦਾ, ਫਿਰ ਤੂੰ ਕਿਰਪਾ ਕਰ, ਸਾਰਿਆਂ ਨੂੰ ਮਿਲ ਕੇ ਰੱਖ। ਮਹਾਰਾਜ ਕਹਿੰਦੇ ਅਸੀਂ ਆਪਣੀ ਕਿਰਤ ਕਰਕੇ ਵਿਛੜੇ ਹਾਂ। ਕਰ ਕਿਰਪਾ ਮੇਲੋ ਰਾਮ। ਹੇ ਮਾਲਕਾ ਕਿਰਪਾ ਕਰ, ਸਾਨੂੰ ਆਪਣੇ ਨਾਲ ਮੇਲ ਲੈ। ਚਾਰ ਕੁੰਟ ਦਹਿ ਦਿਸ਼ ਭ੍ਰਮੈ, ਥੱਕ ਆਏ ਪ੍ਰਭ ਕੀ ਸ਼ਾਮ। ਤੇ ਚਾਰਾਂ ਦਿਸ਼ਾਵਾਂ ਵਿੱਚ ਭਟਕਦੇ ਰਹੇ, ਥੱਕ ਕੇ ਤੇਰੇ ਕੋਲ ਆਏ। ਤੇ ਸਮਝ ਪਈ ਜਿਵੇਂ ਇੱਕ ਖੇਤੀ ਨੂੰ ਪਾਣੀ ਨਾ ਮਿਲੇ, ਉਹਦੇ ਚੋਂ ਫਸਲ ਨਹੀਂ ਨਿਕਲਦੀ। ਜਿਵੇਂ ਕੋਈ ਦੁਧਾਰੂ ਪਸ਼ੂ ਦੁੱਧ ਨਹੀਂ ਦਿੰਦਾ, ਫਿਰ ਉਹਦੀ ਸਾਂਭ ਨਹੀਂ ਹੁੰਦੀ। ਇਸੇ ਤਰ੍ਹਾਂ ਜਦੋਂ ਹੇ ਪਿਆਰੇ ਜੀ ਤੈਨੂੰ ਭੁੱਲ ਜਾਈਏ, ਸਾਡੀ ਹਾਲਤ ਵੀ ਉੱਦਾਂ ਦੀ ਹੋ ਜਾਂਦੀ ਹੈ। ਉਸ ਮਾਲਕ ਦਾ ਹੁਕਮ, ਉਹਦਾ ਭਾਣਾ, ਉਹਦੀ ਰਜ਼ਾ ਵਿੱਚ ਰਹਿਣਾ। ਮਹਾਰਾਜ ਕਹਿੰਦੇ ਸੱਚਾ ਤੇਰਾ ਹੁਕਮ। ਤੇਰਾ ਹੁਕਮ ਸੱਚਾ, ਪਰ ਕਿਹਦੇ ਹਿੱਸੇ ਆਇਆ? ਗੁਰਮੁਖ ਜਾਣਿਆ। ਜਾਣਿਆ ਸਮਝਿਆ ਗੁਰੂ ਦੇ ਸਨਮੁਖ ਹੋ ਕੇ। ਗੁਰੂ ਕੋਲੋਂ ਇਹ ਜਾਣਿਆ ਕਿ ਅਸਲ ਵਿੱਚ ਭਾਣਾ ਕੀ ਹੈ, ਹੁਕਮ ਕੀ ਹੈ। ਤਾਂ ਬੜਾ ਸੌਖਾ ਇਹ ਬਚਨ ਕੀਤਾ। ਗੁਰੂ ਰਾਮਦਾਸ ਪਿਤਾ ਜੀ ਦਾ ਜੀਵਨ ਪੜ੍ਹਾਂਗੇ, ਮਹਾਰਾਜ ਦੇ ਬਚਨ ਪੜ੍ਹਾਂਗੇ। ਜਦੋਂ ਉਹਨਾਂ ਦੇ ਮਾਤਾ ਪਿਤਾ ਸੰਸਾਰ ਤੋਂ ਚੜ੍ਹਾਈ ਕਰਦੇ ਨੇ, ਤੇ ਜਿਹੜੇ ਸ਼ਰੀਕ ਨੇ, ਉਹਨਾਂ ਬਾਰੇ ਵੀ ਨਾਨੀ ਨੇ ਵੇਖਿਆ ਕਿ ਇਹਨਾਂ ਨੇ ਕੋਈ ਸੰਭਾਲ ਨਹੀਂ ਕਰਨੀ। ਇਹ ਤਾਂ ਇਹ ਸਮਝਦੇ ਕਿ ਹੁਣ ਇਹਦਾ ਕੋਈ ਨਹੀਂ। ਇਸ ਕਰਕੇ ਆਪਣੇ ਨਾਲ ਬਾਸਰ ਕੇ ਲੈ ਕੇ ਆਏ। ਨਾਨਕਾ ਪਿੰਡ ਸੀ। ਇੱਥੇ ਜਦੋਂ ਸਤਿਗੁਰ ਜੀ ਪਹੁੰਚੇ ਤੇ ਆਪਣਾ ਜੀਵਨ ਨਿਰਵਾਹ ਕਰਨ ਵਾਸਤੇ ਉਹ ਘੁੰਗਣੀਆਂ ਵੇਚਦੇ ਨੇ,
ਇਸ ਜੀਵਨ ਦੇ ਅੰਦਰ ਕਰੜੀ ਘਾਲਣਾ ਤੇ ਮੁਸ਼ੱਕਤ ਘਾਲੀ ਹੈ, ਸਬੱਬ ਬਣਿਆ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨਾਲ ਮੇਲ ਹੋਇਆ। ਵੇਖੋ, ਜਿਨ੍ਹਾਂ ਨੇ ਭਾਣੇ ਵਿੱਚ ਰਹਿ ਕੇ ਮਾਲਕ ਦੇ ਹੁਕਮ ਨੂੰ ਮੰਨਿਆ ਤੇ ਇਹ ਬਖਸ਼ਿਸ਼ ਕੀਤੀ ਕਿ ਕੀ ਹੁੰਦਾ ਉਹਦਾ ਪਾਣਾ, ਉਹਦੀ ਰਜ਼ਾ ਕੀ ਹੁੰਦੀ ਹੈ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੈ ਧਿਆਈ। ਜੇ ਸੁੱਖ ਦੇਵੇਂ ਤੇ ਤਾਂ ਵੀ ਤੈਨੂੰ ਚੇਤੇ ਕਰਾਂ, ਜੇ ਜੀਵਨ ਦੇ ਅੰਦਰ ਕੋਈ ਦੁੱਖ ਆਵੇ, ਕੋਈ ਐਸੀ ਘੜੀ ਆਵੇ, ਆਖਿਆ ਮਾਲਕਾ ਤਾਂ ਵੀ ਤੈਨੂੰ ਧਿਆਵਾਂ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਜੇ ਤੂੰ ਭੁੱਖ ਦੇਵੇਂ ਤੇ ਉਹਦੇ 'ਚ ਰਜੇਵਾਂ ਹੋਵੇ ਮੇਰਾ। ਜੇ ਕਿਤੇ ਐਸਾ ਸਮਾਂ ਬਣੇ ਤੇ ਉਹਦੇ ਵਿੱਚ ਰਜਿਆ ਰਜਿਆ ਮਹਿਸੂਸ ਕਰਾਂ, ਪਰ ਤੈਨੂੰ ਕਦੇ ਵੀ ਵਿਸਾਰਾਂ ਨਾ, ਹਰ ਵੇਲੇ ਤੈਨੂੰ ਚੇਤੇ ਰੱਖਾਂ। ਇਹ ਹੈ ਉਹਦੇ ਹੁਕਮ ਵਿੱਚ ਰਹਿਣਾ, ਉਹਦੀ ਰਜ਼ਾ ਵਿੱਚ ਤੁਰਨਾ। ਦੁੱਖ ਵਿੱਚ ਸੁਖ ਮਨਾਈ, ਤੇ ਔਖੇ ਪੈਂਡੇ ਵਿੱਚ ਵੀ ਸੁੱਖ ਮਾਣਾ। ਤੇ ਇਹ ਜਿਹੜੇ ਬਾਣੀ ਕੇ ਬਚਨ ਨੇ ਨਾ, ਇਹ ਗੁਰਮੁਖਾਂ ਨੇ, ਗੁਰਸਿੱਖਾਂ ਨੇ ਕਮਾਏ ਨੇ, ਜਿਨ੍ਹਾਂ ਇੰਨੀਆਂ ਔਕੜਾਂ, ਇੰਨੇ ਤਸੀਹੇ ਚੱਲ ਕੇ ਵੀ ਆਪਣੇ ਗੁਰੂ ਤੋਂ ਭਰੋਸਾ ਨਹੀਂ ਛੱਡਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਜਿਸ ਸਾਹਿਬ ਨੇ ਬਚਨ ਆਖੇ, ਉਸ ਗੁਰੂ ਨੇ ਕਮਾ ਕੇ ਉਹਨਾਂ ਬਚਨਾਂ ਨੂੰ ਸਾਡੇ ਸਾਹਮਣੇ ਪ੍ਰਤੱਖ ਕੀਤਾ। ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਤੇ ਸਾਨੂੰ ਇਹ ਸਮਝ ਦਿੱਤੀ ਕਿ ਇਹ ਨਹੀਂ ਕਿ ਜੇ ਕਿਤੇ ਕੋਈ ਐਸੀ ਘੜੀ ਆਈ ਤੇ ਡੋਲ ਜਾਏ, ਫਿਰ ਆਖੇ ਹੁਣ ਤੇ ਕੁਝ ਰਿਹਾ ਨਹੀਂ, ਕੁਝ ਬਚਿਆ ਨਹੀਂ, ਕੀ ਕਰਾਂਗੇ। ਸਾਹਿਬ ਕਹਿਣ ਲੱਗੇ ਨਹੀਂ, ਵੇਖ ਜਦੋਂ ਗੁਰਮੁਖ ਹੋਈਏ ਫਿਰ ਉਹਦੇ ਹੁਕਮ ਦੀ ਸਮਝ ਪੈਂਦੀ ਹੈ। ਗੁਰਮਤੀ ਆਪ ਗਵਾਏ, ਗੁਰੂ ਕੀ ਮੱਤ ਜੀਵਨ ਵਿੱਚ ਆਵੇ ਤੇ ਆਪਾ ਭਾਵ ਗਵਾ ਦਈਏ। ਇਹ ਸਭ ਤੋਂ ਵੱਡੀ ਸਾਡੇ ਜੀਵਨ ਅੰਦਰ ਹਉਮੈ ਦੀ ਥਾਂ ਹੈ ਨਾ, ਜਿਹਨੂੰ ਬੰਦਾ ਕਦੇ ਛੱਡਣਾ ਨਹੀਂ ਚਾਹੁੰਦਾ। ਆਪਣੇ ਅਹੰਗ ਰੋਗ ਨੂੰ ਛੱਡਦਾ ਨਹੀਂ। ਹਜ਼ੂਰ ਕਹਿੰਦੇ ਜਦੋਂ ਤੱਕ ਆਪਾ ਭਾਵ ਨਾ ਗਵਾਈਏ, ਉਦੋਂ ਤੱਕ ਪਿਆਰੇ ਦੀ ਪ੍ਰਾਪਤੀ ਨਹੀਂ। ਆਪ ਗਵਾਈਏ ਤਾਂ ਸ਼ਹਿ ਪਾਈਐ, ਔਰ ਕੈਸੀ ਚਤਰਾਈ। ਹੇ ਸਾਹਿਬ, ਜਦੋਂ ਤੱਕ ਮੇਰੇ ਅੰਦਰ ਆਪਾ ਭਾਵ ਹੈ, ਉਦੋਂ ਤੱਕ ਤੇਰਾ ਵਸੇਬਾ ਨਹੀਂ ਹੋਣਾ। ਜਦੋਂ ਆਪਣੇ ਜੀਵਨ 'ਚੋਂ ਇਸ ਭਾਵ ਨੂੰ ਗਵਾ ਦਈਏ ਤਾਂ ਤੇਰੀ ਪ੍ਰਾਪਤੀ ਹੈ। ਇਹਦੇ ਤੋਂ ਬਿਨਾਂ ਹੋਰ ਕੋਈ ਵੀ ਐਸੀ ਚਤੁਰਾਈ ਨਹੀਂ ਜਿਹੜੀ ਤੇਰੇ ਅੱਗੇ ਚੱਲ ਸਕਦੀ ਹੋਵੇ। ਗੁਰਮਤੀ ਆਪ ਗਵਾਏ, ਸੱਚ ਪਛਾਣਿਆ। ਆਪਾ ਭਾਵ ਗਵਾ ਕੇ ਸੱਚ ਦੀ ਪਹਿਚਾਣ ਕੀਤੀ। ਸੱਚ ਤੇਰਾ ਦਰਬਾਰ, ਸ਼ਬਦ ਨਿਸ਼ਾਨਿਆ। ਤੇ ਇਹ ਜਾਣਿਆ ਕਿ ਤੇਰਾ ਜਿਹੜਾ ਦਰਬਾਰ ਹੈ ਇਹ ਵੀ ਸੱਚਾ ਹੈ। ਇਹਦੇ ਅੰਦਰ ਕਦੇ ਵੀ ਕੋਈ ਝੂਠਾ ਟਿਕ ਨਹੀਂ ਸਕਦਾ। ਸੱਚਾ ਸ਼ਬਦ ਵਿਚਾਰ,
ਸੱਚ ਸਮਾਣਿਆ। ਅੱਗੇ ਸਾਹਿਬ ਬਖਸ਼ਿਸ਼ ਕਰਦੇ, ਤੇਰੇ ਸ਼ਬਦ ਦੀ ਵਿਚਾਰ ਵਿੱਚ ਜੁੜੇ ਤੇ ਇਸ ਸ਼ਬਦ ਦੀ ਵਿਚਾਰ ਵਿੱਚ ਜੁੜ ਕੇ ਉਸ ਸੱਚ 'ਚ ਸਮਾ ਗਏ। ਇੱਕ ਤੇ ਇਹ ਨਾ ਪੜ੍ਹਿਆ ਫਿਰ ਸੁਣ ਲਿਆ, ਪਰ ਮਹਾਰਾਜ ਕਹਿੰਦੇ ਇਹਦੇ ਤੋਂ ਅਗਲੀ ਖੇਡ ਵੀ ਹੈ, ਉਹ ਹੈ ਸਮਾਉਣ ਦੀ, ਉਹ ਹੈ ਕਮਾਈ ਦੀ। ਜਿਹੜਾ ਵੀ ਪੜ੍ਹ ਸੁਣ ਕੇ ਇਸ ਸ਼ਬਦ 'ਚ ਸਮਾ ਜਾਏ, ਸਤਿਗੁਰ ਕੀ ਜਿਸ ਨੂੰ ਮਤ ਆਵੇ। ਅਕਲ ਲੱਗੇ ਜਿਹਨੂੰ ਸਤਿਗੁਰ ਦੀ ਮਤ ਆਉਂਦੀ ਹੈ, ਉਹ ਕਿਵੇਂ ਪਤਾ ਲੱਗੇ? ਕਿਉਂਕਿ ਉਹ ਸੱਚ ਵਿੱਚ ਸਮਾ ਜਾਂਦੇ ਨੇ, ਉਹ ਇਸ ਸੱਚ ਦੀ ਕਮਾਈ ਕਰਦੇ ਨੇ। ਉਹਨਾਂ ਨੂੰ ਇਹ ਸਮਝ ਪੈਂਦੀ, ਸੋਝੀ ਪੈਂਦੀ ਹੈ। ਸੋ ਸਤਿਗੁਰ ਮਾਹੇ ਅੱਖ ਲੱਗੇ ਉਹ ਸਤਿਗੁਰ ਦੇ ਵਿੱਚ ਸਮਾ ਗਏ। ਕਿਉਂ? ਕਿਉਂਕਿ ਇਹ ਮਿੱਠਾ ਲੱਗਾ, ਇਹਦੇ 'ਚੋਂ ਰਸ ਆਇਆ, ਆਨੰਦ ਆਇਆ। ਮਹਾਰਾਜ ਕਿਰਪਾ ਕਰਦੇ, ਜਦੋਂ ਸਾਨੂੰ ਇਹ ਸਮਝ ਪੈਂਦੀ ਹੈ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ। ਫਿਰ ਮਹਾਰਾਜ ਗੁਰਮੁਖ ਤੇ ਤੇਰੇ ਹੁਕਮ 'ਚ ਤੁਰਦੇ ਨੇ, ਤੇ ਜਿਹੜੇ ਆਪਣੇ ਮਨ ਪਿੱਛੇ ਤੁਰਨ ਵਾਲੇ ਨੇ, ਜਿਹੜੇ ਮਨਮੁਖ ਨੇ, ਹਜ਼ੂਰ ਕਹਿੰਦੇ ਉਹ ਭਰਮ ਵਿੱਚ ਪੈ ਰਹਿੰਦੇ ਨੇ। ਸਦਾ ਕੂੜਿਆਰ, ਉਹ ਕੂੜ ਨਾਲ, ਝੂਠ ਨਾਲ ਜੁੜੇ ਰਹਿੰਦੇ। ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ। ਉਹਨਾਂ ਦਾ ਵਸੇਬਾ ਕਿੱਥੇ ਹੈ? ਮਹਾਰਾਜ ਕਹਿੰਦੇ ਵਿਸ਼ਟਾ 'ਚ, ਗੰਦਗੀ 'ਚ। ਤੇ ਜਦੋਂ ਤੱਕ ਉਹਨਾਂ ਦਾ ਵਸੇਬਾ ਗੰਦਗੀ 'ਚ ਹੈ, ਉਦੋਂ ਤੱਕ ਉਹ ਇਸ ਸਾਧ ਨੂੰ ਜਾਣਦੇ ਨਹੀਂ, ਉਹ ਇਸ ਸਵਾਦ ਤੋਂ ਵਾਂਝੇ ਨੇ। ਤੇ ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਜਿਹੜੇ ਹਰੀ ਰਸ ਤੋਂ ਸਖਣੇ ਨੇ, ਮਹਾਰਾਜ ਕਹਿੰਦੇ ਉਹ ਸਾਕਤ ਨੇ, ਉਹ ਪਰਮੇਸ਼ਰ ਨਾਲੋਂ ਟੁੱਟੇ ਹੋਏ ਨੇ। ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ, ਵਿਣ ਨਾਵੇਂ ਦੁਖ ਪਾਏ ਆਵਣ ਜਾਣਿਆ। ਫਿਰ ਕਹਿੰਦੇ ਨਾਮ ਤੋਂ ਬਿਨਾਂ ਦੁੱਖ ਪਾਉਂਦੇ ਨੇ। ਉਹਨਾਂ ਦਾ ਆਉਣ ਜਾਣ ਦਾ ਜਿਹੜਾ ਗੇੜ ਹੈ ਉਹ ਮੁੱਕਦਾ ਨਹੀਂ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਅਸੀਂ ਗੁਰੂ ਕੇ ਬਚਨ ਪੜ੍ਹਦੇ ਹਾਂ, ਜਦੋਂ ਪਰਮੇਸ਼ਰ ਭੁੱਲ ਜਾਏ ਸਾਰੇ ਰੋਗ ਜੀਵਨ 'ਚ ਵਿਆਪਦੇ ਨੇ। ਵਿਣ ਨਾਵੇਂ ਦੁੱਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ। ਹੁਣ ਹਜ਼ੂਰ ਕਹਿੰਦੇ ਉਹ ਆਪ ਪਾਰਖੂ ਹੈ, ਉਹਨੂੰ ਪਰਖ ਹੈ। ਉਹ ਜਦੋਂ ਆਪਣੀ ਮਿਹਰ ਦੀ ਨਜ਼ਰ ਨਾਲ ਵੇਖਦਾ ਤੇ ਪਹਿਚਾਨ ਲੈਂਦਾ ਕਿ ਇਹ ਖੋਟਾ ਹੈ ਕਿ ਖਰਾ ਹੈ। ਜਿਸ ਮਾਲਕ ਵਾਹਿਗੁਰੂ ਨੇ ਖੋਟਾ ਖਰਾ ਪਛਾਣਿਆ, ਉਹ ਮਾਲਕ ਆਪ ਪਰਖ ਕਰਦਾ, ਕਿਉਂਕਿ ਉਹਨੂੰ ਖੋਟੇ ਦੀ ਤੇ ਖਰੇ ਦੀ ਪਹਿਚਾਣ ਹੈ। ਉਹਨੂੰ ਪਤਾ ਹੈ ਕੌਣ ਖੋਟਾ ਤੇ ਕੌਣ ਖਰਾ ਹੈ, ਕਿਉਂਕਿ ਉਹਨੇ ਵਣਜ ਕਰਨ ਵਾਸਤੇ ਭੇਜਿਆ ਨਾ ਸਾਨੂੰ। ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸੰਭਾਲ। ਆਖਣ ਲੱਗੇ ਤੁਸੀਂ ਵਣਜ ਕਰਨ ਵਾਸਤੇ ਚੱਲੇ ਹੋ,
ਤੇ ਹਰ ਬੰਦਾ ਇੱਥੇ ਮੁਸਾਫਰ ਹੈ, ਤੇ ਜਿਹੜਾ ਵੀ ਵਣਜ ਕਰਨ ਵਾਸਤੇ ਆਇਆ, ਹਜ਼ੂਰ ਕਹਿੰਦੇ ਇਸ ਵਖਰ ਨੂੰ, ਇਸ ਸਮੇਂ ਨੂੰ ਸੰਭਾਲ ਕੇ ਰੱਖੋ, ਕਿਉਂਕਿ ਤੁਹਾਡੇ ਕੋਲ ਇੰਨਾ ਹੀ ਸਮਾਂ ਹੈ। ਜਿਹੜਾ ਸਵਾਸ ਆ ਰਿਹਾ, ਇਹਦੇ ਤੋਂ ਅਗਲਾ ਜਿਹੜਾ ਸਵਾਹ ਆਉਣਾ, ਉਹਦਾ ਕੋਈ ਭਰੋਸਾ ਨਹੀਂ ਕਿ ਉਹ ਆਵੇਗਾ ਕਿ ਨਹੀਂ ਆਏਗਾ। ਕਰ ਬੰਦੇ ਤੋਂ ਬੰਦਗੀ ਜਿੱਚਰ ਘਟ ਮੈਂ ਸਾਹ। ਮਹਾਰਾਜ ਕਹਿੰਦੇ ਬੰਦਗੀ ਉਦੋਂ ਤੱਕ ਜਦੋਂ ਤੱਕ ਸਵਾਸ ਨੇ। ਵਣਜ ਕਰੋ ਵਣਜਾਰਿਓ ਵਖਰ ਲੇਹੋ ਸੰਭਾਲ, ਐਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਉਹ ਵਸਤੂ ਇਕੱਠੀ ਕਰੀਏ ਜਿਹੜੀ ਨਾਲ ਨਿਭਣ ਵਾਲੀ ਹੈ। ਅੱਗੇ ਸ਼ਾਹ ਸੁਜਾਨ ਹੈ, ਕਿਉਂਕਿ ਜਿਹੜਾ ਸ਼ਾਹ ਹੈ ਨਾ, ਜਿਹੜਾ ਮਾਲਕ ਹੈ, ਉਹ ਬੜਾ ਸੁਜਾਨ ਹੈ, ਬੜਾ ਸਿਆਣਾ ਹੈ। ਉਹਨੇ ਤੇਰੀ ਇਸ ਵਸਤੂ ਨੂੰ ਪਰਖਣਾ ਹੈ। ਨਾਨਕ ਪਾਰਖ ਆਪ, ਉਹ ਆਪ ਪਾਰਖੂ ਹੈ। ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸੰਭਾਲ। ਉਹਨੇ ਵੇਖਣਾ ਇਹ ਵਸਤੂ ਸੰਭਾਲਣ ਵਾਲੀ ਹੈ ਕਿ ਨਹੀਂ। ਨਹੀਂ ਤੇ ਆਪਾਂ ਤੇ ਦਾਅਵਾ ਕਰਾਂਗੇ ਜੀ ਬਹੁਤ ਕੁਝ ਇਕੱਠਾ ਕੀਤਾ, ਬਹੁਤ ਕੁਝ ਬਣਾਇਆ। ਅਸੀਂ ਕਈ ਵਾਰ ਸੁਣਦੇ ਹਾਂ ਨਾ, ਵੇਖੋ ਜੀ ਇੰਨਾ ਕੁਝ ਬਣਾ ਲਿਆ, ਇੰਨਾ ਕੁਝ ਮੇਰੇ ਕੋਲ ਹੈ। ਪਰ ਸਾਹਿਬ ਕਹਿੰਦੇ ਉੱਥੇ ਇਹਨਾਂ ਚੀਜ਼ਾਂ ਦੀ ਕੋਈ ਵੁਕਤ ਨਹੀਂ। ਉੱਥੇ ਤੇ ਉਹ ਚੀਜ਼ ਦੀ ਕੀਮਤ ਪੈਣੀ ਹੈ, ਉਹ ਚੀਜ਼ ਉਹਦੇ ਘਰ ਵਿੱਚ ਪ੍ਰਵਾਨ ਹੋਣੀ ਹੈ, ਜਿਸ ਨੂੰ ਵਿਹਾਜਣ ਵਾਸਤੇ, ਜਿਸ ਨੂੰ ਇਕੱਤਰ ਕਰਨ ਵਾਸਤੇ ਮਾਲਕ ਨੇ ਭੇਜਿਆ। ਸ਼ਲੋਕ ਮਹੱਲਾ ਪਹਿਲਾ। ਹਮ ਜ਼ੇਰ ਜ਼ਮੀ। ਜਦੋਂ ਅਸੀਂ ਇਹ ਬਚਨ ਪੜ੍ਹਾਂਗੇ ਤਾਂ ਹਜ਼ੂਰ ਕਿਰਪਾ ਕਰਦੇ, ਹਮ ਹਮਾ ਜ਼ੇਰ ਜ਼ਿਮੀ। ਅਸੀਂ ਕੀ ਹਾਂ? ਧਰਤੀ ਦੇ ਥੱਲੇ ਆ। ਭਾਵ ਜੋ ਕੁਝ ਵੀ ਦਿਸ ਰਿਹਾ ਉਹ ਇਹਨਾਂ ਪੰਜਾਂ ਤੱਤਾਂ ਤੋਂ ਬਣਿਆ, ਇਹਨਾਂ ਦੇ ਵਿੱਚ ਲੀਨ ਹੋ ਜਾਏਗਾ। ਭਾਵੇਂ ਕੋਈ ਵੱਡਾ ਬਾਦਸ਼ਾਹ ਹੋਵੇ, ਭਾਵੇਂ ਦੁਨੀਆ ਦਾ ਕੋਈ ਵੀ ਬੰਦਾ ਹੋਵੇ, ਅੱਖ ਲੱਗੇ ਅਸੀਂ ਇਸ ਮਿੱਟੀ ਦੇ ਅੰਦਰ ਦਫਨ ਹੋ ਜਾਵਾਂਗੇ। ਦੁਨੀਆ ਪੀਰਾਂ ਮਸਾਇਕਾਂ ਰਾਇਆ। ਦੁਨੀਆ ਦਾ ਕੋਈ ਵੀ ਬੰਦਾ ਹੋਵੇ, ਕੋਈ ਬਹੁਤ ਵੱਡਾ ਪੀਰ ਪੈਗੰਬਰ ਫਕੀਰ ਹੋਵੇ, ਮਸਾਇਕ ਹੋਵੇ, ਰਾਇਆ ਹੋਵੇ, ਬਾਦਸ਼ਾਹ ਹੋਵੇ, ਮੇਰਵਦ ਬਾਦਸ਼ਾਹ, ਅੱਖ ਲੱਗੇ ਸਾਰੇ ਹੀ ਇਸ ਧਰਤੀ ਦੇ ਅੰਦਰ ਦਫਨ ਹੋ ਜਾਣਗੇ। ਅਫਜੂ ਖੁਦਾਏ। ਰਹਿਣ ਵਾਲਾ ਕੌਣ ਹੈ? ਇੱਕ ਖੁਦਾ, ਇੱਕ ਮਾਲਕ। ਕਿਉਂਕਿ ਜੋ ਮੌਤ ਹੈ ਉਸ ਪ੍ਰਥਾਏ ਇਹ ਬਚਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤਾ। ਸੰਸਕ੍ਰਿਤੀ ਸ਼ਲੋਕ ਅਸੀਂ ਪੜ੍ਹੀਏ, ਉਹਨਾਂ ਨੇ ਆਖਿਆ ਜਿਹਦੇ ਕੋਲ 4 ਕੌਡੀਆਂ ਨੇ ਉਹ ਇਹ ਯਤਨ ਕਰਦਾ ਕਿ ਮੈਂ ਇਸ ਮੌਤ ਤੋਂ ਬਚਿਆ ਰਵਾਂ, ਮੌਤ ਮੇਰੇ ਨੇੜੇ ਨਾ ਆਵੇ। ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸ਼ਾ। ਕੀ ਕਰਦਾ ਕਿ 4 ਬਹਾਦਰ ਲੋਕ, ਸੂਰਬੀਰ ਲੋਕ, ਤਾਕਤਵਰ ਬੰਦੇ ਆਪਣੇ ਕੋਲ ਰੱਖਦਾ, ਜਿਹੜੇ ਮੇਰੀ ਹਿਫਾਜ਼ਤ ਕਰਨ। ਬਹੁਤ ਯਤਨ ਕਰਤਾ ਬਲਵੰਤਕਾਰੀ,
क्योंकि ਉਹਦੇ ਕੋਲ ਧਨ ਹੈ, ਉਹ ਤਾਕਤ ਵਾਲਾ, ਇਸ ਕਰਕੇ ਯਤਨ ਕਰਦਾ ਕਿ ਉਹਦੀ ਹਿਫਾਜ਼ਤ ਕਰਨ ਚਾਰ ਤਾਕਤਵਰ ਬੰਦੇ। ਸਿਵੰਤ ਸੂਰਾ ਚਤੁਰ ਦਿਸ਼ਾ, ਬਿਖਮ ਥਾਨ ਬਸੰਤ ਊਚੈ, ਨਹਿ ਮਰਨੰ ਸਿਮਰਨ ਕਦਾਂਚੈ। ਮਹਾਰਾਜ ਕਹਿੰਦੇ ਉਹ ਥਾਂ ਵੀ ਐਸੀ ਚੁਣਦਾ ਜਿੱਥੋਂ ਤੱਕ ਕਿਸੇ ਦੀ ਪਹੁੰਚ ਨਾ ਹੋਵੇ, ਔਖਾ ਥਾਂ। ਅਸੀਂ ਜਿੰਨੇ ਕਿਲੇ ਵੇਖਾਂਗੇ, ਜਿੰਨੇ ਬਾਦਸ਼ਾਹ ਦੇ ਰਹਿਣ ਵਾਲੇ ਥਾਂ ਵੇਖਾਂਗੇ, ਉਹ ਉਹਨਾਂ ਨੇ ਉੱਚੀਆਂ ਪਹਾੜੀਆਂ 'ਤੇ ਬਣਾਏ ਹੋਏ ਨੇ। ਹੁਣ ਕਹਿੰਦੇ ਬੜੇ ਯਤਨ ਕੀਤੇ, ਪਰ ਕੀ ਉਹ ਮੌਤ ਤੋਂ ਬਚ ਗਏ? ਉਹਨਾਂ ਦੇ ਮਨ ਵਿੱਚ ਵੀ ਕਦੇ ਨਹੀਂ ਆਇਆ ਕਿ ਮੌਤ ਸਾਡੇ ਨੇੜੇ ਆਏਗੀ। ਹੋਵੰਤ ਆਗਿਆ ਭਗਵਾਨ ਪੁਰਖਾ, ਨਾਨਕ ਕੀਟੀ ਸਾਸ ਕਰਖ ਤੇ। ਜਦੋਂ ਪਰਮੇਸ਼ਰ ਦੀ ਆਗਿਆ ਹੋਈ, ਜਦੋਂ ਮਾਲਕ ਦਾ ਹੁਕਮ ਹੋਇਆ, ਅੱਖ ਲੱਗੇ ਇੱਕ ਕੀੜੀ ਵੀ ਸਾਹ ਕੱਢਣ ਦਾ ਕਾਰਨ ਬਣ ਜਾਂਦੀ ਹੈ। ਇੱਥੇ ਰਹਿਣ ਵਾਲਾ ਕੋਈ ਨਹੀਂ। ਮੇਰਵਦ ਬਾਦਸ਼ਾਹ ਅਫਜੂ ਖੁਦਾਏ, ਏਕ ਤੂੰ ਹੀ, ਏਕ ਤੂੰ ਹੀ। ਇਸ ਕਰਕੇ ਆਖਿਆ ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ ਜਿਹੜਾ ਸਦੀਵੀ ਰਹਿਣ ਵਾਲਾ ਹੈ, ਜਿਹੜਾ ਹਰ ਸਮੇਂ ਮੌਜੂਦ ਹੈ। ਬਾਕੀ ਸਾਰਾ ਕੁਝ ਨਾਸ਼ ਹੋ ਜਾਏਗਾ। ਸਤਿਗੁਰ ਜੀਆਂ ਦੇ ਸ਼ਬਦ, ਪੌੜੀ ਨਾਲ ਪਹਿਲਾ ਸ਼ਲੋਕ, ਅਗਲੇਰੇ ਸ਼ਲੋਕ ਅਸੀਂ ਕੱਲ੍ਹ ਦੇ ਦੀਵਾਨਾਂ 'ਚ ਵਿਚਾਰਾਂਗੇ। ਸਤਿਗੁਰ ਕਿਰਪਾ ਕਰੇ, ਸਭਨਾਂ ਦੀ ਹਾਜ਼ਰੀ ਸੇਵਾਦਾਰ ਪ੍ਰਵਾਨ ਕਰੇ, ਆਪਣੇ ਚਰਨਾਂ ਦਾ ਪ੍ਰੇਮ ਬਖਸ਼ੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪਰੀਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਕਹੈ ਨਾਨਕ ਆਨੰਦ ਹੋਆ, ਏ ਮਨ ਮੇਰਿਆ ਤੂੰ ਸਦਾ ਰਹੋ। ਹਰ ਨਾਲ ਰਹੋ ਤੂੰ ਮਨ ਮੇਰੇ, ਅੰਗੀਕਾਰੋ ਕਰੇ ਤੇਰਾ। ਸਭਨਾ ਗੱਲਾਂ ਸਮਰੱਥ ਸੁਆਮੀ, ਕਹੈ ਨਾਨਕ ਮਨ ਮੇਰੇ। ਸਾਚੇ ਸਾਹਿਬਾ ਕਿਆ ਨਹੀਂ, ਘਰ ਤਾਂ ਤੇਰੇ ਸਭ ਕਿਛ ਹੈ। ਸਦਾ ਸਿਫਤ ਸਲਾਹ ਤੇਰੀ,